किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ MCQC 15 ਨੂੰ ਡਿਸਕਸ ਕਰ ਰਹੇ ਹਾਂ ਅੱਜ ਦੀ ਕਲਾਸ ਦੇ ਵਿੱਚ। ਇਹ ਸੀਰੀਜ਼ ਤੁਹਾਡੇ ਸੁਪਰਵਾਈਜ਼ਰ ਤੇ ਆਂਗਨਵਾੜੀ ਸੁਪਰਵਾਈਜ਼ਰ ਤੇ NTT ਦੋਨੋਂ ਕਲਾਸਿਸ ਦੇ ਲਈ ਇੰਪੋਰਟੈਂਟ ਆ। ਆਪਾਂ ਸਟਾਰਟ ਕਰਦੇ ਹਾਂ। ਫਰਸਟ ਕੁਐਸਚਨ ਆਪਣੇ ਕੋਲ ਵਿਚ ਆਫ ਫੋਲੋਇੰਗ ਇਜ਼ ਬੋਨ ਰਿਲੇਟਡ ਡੀਫਾਰਮਿਟੀ। ਇਹਨਾਂ ਦੇ ਵਿੱਚੋਂ ਕਿਹੜੀ ਬੋਨਸ ਦੇ ਨਾਲ ਰਿਲੇਟਡ ਡੀਫਾਰਮਿਟੀ ਆ ਜਿਹਦੇ ਵਿੱਚ ਹੱਡੀਆਂ ਜਿਹੜੀਆਂ ਆਪਣੀਆਂ ਨੇ ਉਹ ਪ੍ਰੋਪਰ ਜੁੜੀਆਂ ਨਹੀਂ ਹੁੰਦੀਆਂ ਤਾਂ ਉਹ ਕਿਹੜੀ ਡੀਫਾਰਮਿਟੀ ਆਪਣੇ ਕੋਲ ਇੱਥੇ ਪੱਪਾ ਆਉਣਾ ਸੀ ਨਾ ਅਪੰਗਤਾ ਸਪੈਲਿੰਗ ਮਿਸਟੇਕ ਆ ਇਹਨੂੰ ਥੋੜਾ ਕਰੈਕਟ ਕਰ ਲਿਓ। ਤਾਂ ਆਪਣੇ ਕੋਲ ਜਿਹੜੀਆਂ ਇੱਥੇ ਚਾਰ ਬਿਮਾਰੀਆਂ ਦਿੱਤੀਆਂ ਹੋਈਆਂ ਪਹਿਲੀ ਆਪਣੇ ਕੋਲ ਹੈ ਸਾਈਨੋਸਟੋਸਿਸ ਠੀਕ ਹੈ, ਦੂਜੀ ਹੈਗੀ ਆ ਗੈਸਟ੍ਰੋਸਿਸ ਤੇ ਤੀਜੀ ਹੈਗੀ ਆ ਓਸੋਫੇਗਲ ਐਟਰੀਸੀਆ ਠੀਕ ਹੈ ਜੀ। ਤਿੰਨੋਂ ਬਿਮਾਰੀਆਂ ਹੈ ਕਿ ਜਿਹੜੀ ਗੈਸਟ੍ਰੋਸਿਸ ਆ ਇਹ ਬੇਸਿਕਲੀ ਜਿਵੇਂ ਕੋਈ ਬੱਚਾ ਬਹੁਤ ਭਿਆਨਕ ਇੱਕ ਤਰੀਕੇ ਦੀ ਬਿਮਾਰੀ ਹੈ ਜਿਹਦੇ ਚ ਆਪਾਂ ਬੱਚੇ ਦੀਆਂ ਜਿਹੜੀਆਂ ਅੰਤੜੀਆਂ ਹੁੰਦੀਆਂ ਪੇਟ ਦੀਆਂ ਉਹ ਬਾਹਰ ਵੱਲ ਨੂੰ ਨਿਕਲੀਆਂ ਹੁੰਦੀਆਂ ਬਾਹਰ ਵੱਲ ਨੂੰ ਵਧੀਆਂ ਹੁੰਦੀਆਂ ਜਿਵੇਂ ਬੱਚੇ ਦੇ ਨਾੜੂਆ ਹੋਵੇ ਤੇ ਉਹ ਬਾਹਰ ਵੱਲ ਨੂੰ ਕਾਫੀ ਜ਼ਿਆਦਾ ਵਧਿਆ ਹੋਵੇ ਹਨਾ ਤੇ ਉਹਨਾਂ ਦੇ ਉੱਪਰ ਕੋਈ ਵੀ ਪ੍ਰੋਟੈਕਸ਼ਨ ਸੈਕ ਵੀ ਨਹੀਂ ਹੁੰਦੀ ਮਤਲਬ ਉਹਦੇ ਉੱਪਰ ਕੋਈ ਵੀ ਕਵਰ ਵੀ ਨਹੀਂ ਚੜਿਆ ਹੁੰਦਾ ਹਨਾ। ਜਿਹੜੀ ਤੀਜੀ ਬਿਮਾਰੀ ਹੈਗੀ ਆ ਓਸੋਫੇਗਲ ਐਟਰੀਸੀਆ ਇਹ ਸਵੈਲੋਇੰਗ ਟਿਊਬ ਦੇ ਨਾਲ ਰਿਲੇਟਡ ਆ ਜਿਹੜੀ ਸਾਡੀ ਖਾਣਾ ਖਾਣ ਵਾਲੀ ਟਿਊਬ ਆ ਉਹਦੇ ਨਾਲ ਰਿਲੇਟਡ ਆ। ਤਾਂ ਬੱਚੇ ਨੂੰ ਖਾਣਾ ਖਾਣ ਦੇ ਨਾਲ ਕਿਉਂਕਿ ਜੇ ਆਪਣੀ ਜਿਹੜੀ ਹੈਗੀ ਆ ਸਵੈਲੋ ਕਰਨ ਵਾਲੀ ਟਿਊਬ ਆ ਉਹੀ ਪ੍ਰੋਪਰ ਸਹੀ ਨਹੀਂ ਹੋਊਗੀ ਤਾਂ ਫਿਰ ਖਾਣਾ ਬੱਚੇ ਲਈ ਖਾਣਾ ਡਿਫਿਕਲਟ ਹੋ ਜਾਂਦਾ। ਜਿਹੜੀ ਇੱਥੇ ਆਪਣੇ ਕੋਲ ਆਨਸਰ ਹੈਗਾ A ਸਾਈਨੋਸਟੋਸਿਸ। ਸਾਈਨੋਸਟੋਸਿਸ ਬੇਸਿਕਲੀ ਕੀ ਹੁੰਦੀ ਆ ਜਿਹਦੇ ਚ ਪ੍ਰੋਪਰ ਜਿਹੜੀਆਂ ਬੋਨਸ ਹੁੰਦੀਆਂ ਬੱਚੇ ਦੀਆਂ ਉਹ ਪ੍ਰੋਪਰ ਜੁੜੀਆਂ ਨਹੀਂ ਹੁੰਦੀਆਂ, ਜੇ ਜੁੜੀਆਂ ਵੀ ਹੁੰਦੀਆਂ ਤਾਂ ਕਿਸੇ ਹੋਰ ਪਲੇਸ ਦੇ ਉੱਪਰੋਂ ਜੁੜੀਆਂ ਹੋਣਗੀਆਂ ਹਨਾ। ਤਾਂ ਜਿਹੜੀ ਇਹ ਬਿਮਾਰੀ ਹੁੰਦੀ ਆ ਬੋਨਸ ਦੇ ਨਾਲ ਰਿਲੇਟਡ ਜਿਹੜੀ ਬਿਮਾਰੀ ਹੁੰਦੀ ਆ ਉਹਨੂੰ ਅਸੀਂ ਕੀ ਆਖਦੇ ਹੈਗੇ ਆ ਸਾਈਨੋਸਟੋਸਿਸ। ਸੈਕੰਡ ਕੁਐਸਚਨ ਆਪਣੇ ਕੋਲ ਸਪਾਈਨਾ ਬਾਈਫਿਡਾ ਇਜ਼। ਪਹਿਲਾਂ ਤਾਂ ਜਿਹੜੀ ਸਪਾਈਨਾ ਬਾਈਫਿਡਾ ਹੈਗੀ ਆ ਆਪਣੇ ਕੋਲ ਕੰਜੈਨੀਟਲ ਡੀਫਾਰਮਿਟੀ ਆ ਨਾ। ਅਸੀਂ ਕਲਾਸ ਦੇ ਵਿੱਚ ਜਦੋਂ ਡੀਫਾਰਮਿਟੀਜ਼ ਵਾਲਾ ਟੌਪਿਕ ਕੀਤਾ ਸੀ ਤਾਂ ਆਪਾਂ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਡਿਵੈਲਪਮੈਂਟਲ ਡੀਫਾਰਮਿਟੀਜ਼ ਕਿਹੜੀਆਂ ਨੇ ਸਪਾਈਨਲ ਕਿਹੜੀਆਂ ਨੇ ਤੇ ਕੰਜੈਨੀਟਲ ਕਿਹੜੀਆਂ ਨੇ ਇਹਨਾਂ ਬਾਰੇ ਪੜਿਆ ਸੀ ਹਨਾ। ਜਿਹੜੀ ਸਪਾਈਨਾ ਬਾਈਫਿਡਾ ਹੈਗੀ ਆ ਵੈਸੇ ਜਿਹੜੀਆਂ ਬਾਕੀ ਨੇ ਵੀ ਸਪਾਈਨਲ ਦੇ ਨਾਲ ਰਿਲੇਟਡ ਹੀ ਆ। ਲਰਡੋਸਿਸ ਵੀ ਸਪਾਈਨਲ ਦੇ ਨਾਲ ਰਿਲੇਟਡ ਆ, ਕਾਈਫੋਸਿਸ ਵੀ ਤੇ ਸਕੋਲਿਸਿਸ ਵੀ। ਬਟ ਜਿਹੜੀ ਸਪਾਈਨਾ ਬਾਈਫਿਡਾ ਹੈਗੀ ਆ ਇਹਦਾ ਮਤਲਬ ਹੀ ਕੀ ਹੁੰਦਾ ਸਪਲਿਟ ਸਪਾਈਨ। ਬਿਮਾਰੀ ਕੀ ਹੁੰਦੀ ਹੈ ਜਿਵੇਂ ਆਪਾਂ ਆਖੀਏ ਕਿਸੇ ਵੀ ਬੱਚੇ ਦੀ ਕੋਈ ਸਪਾਈਨਲ ਕਾਰਡ ਆ ਹਨਾ ਜਿਹੜੀ ਬੱਚੇ ਦੀ ਸਪਾਈਨਲ ਕਾਰਡ ਹੈਗੀ ਆ ਸਾਡੀ ਸਾਰਿਆਂ ਦੀ ਜੋ ਵੀ ਸਾਡੀ ਸਪਾਈਨਲ ਆ ਰੀੜ ਦੀ ਹੱਡੀ ਆ ਉਹਦੇ ਉੱਪਰ ਇੱਕ ਕਵਰ ਚੜਿਆ ਹੁੰਦਾ ਆਪਾਂ ਕਹੀਏ ਇੱਕ ਮੈਮਰੈਂਸ ਜਿਹਨੂੰ ਆਪਾਂ ਕੋਈ ਵੀ ਸੈੱਲ ਹੋਊਗਾ ਜਿਵੇਂ ਉਹਦੇ ਉੱਪਰ ਇੱਕ ਕਵਰੈਂਸ ਹੁੰਦੀ ਆ ਨਾ ਤਾਂ ਉਹਨੂੰ ਅਸੀਂ ਮੈਮਬ੍ਰੇਨ ਆਖਦੇ ਆ। ਤਾਂ ਜਿਹੜੀ ਰੀੜ ਦੀ ਹੱਡੀ ਹੈਗੀ ਆ ਤੇ ਜਿਹੜੀ ਉਹਦੀ ਮੈਮਬ੍ਰੇਨ ਹੈਗੀ ਆ ਇਹ ਆਪਸ ਵਿੱਚ ਪ੍ਰੋਪਰ ਜੁੜੀਆਂ ਨਹੀਂ ਹੁੰਦੀਆਂ ਠੀਕ ਹੈ। ਇਹਨਾਂ ਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਤੇ ਮੈਮਬ੍ਰੇਨ ਦੇ ਵਿੱਚ ਸਪੇਸ ਹੁੰਦੀ ਆ ਇਸ ਕਰਕੇ ਇਹਨੂੰ ਸਪਲਿਟ ਸਪਾਈਨ ਆਖਦੇ ਆ। ਤਾਂ ਜਿਹੜੀ ਸਪਾਈਨਾ ਬਾਈਫਿਡਾ ਹੈਗੀ ਆ ਇਹ ਬਿਮਾਰੀ ਬਹੁਤ ਹੀ ਕਾਮਨ ਮਤਲਬ ਬਹੁਤ ਜ਼ਿਆਦਾ ਸੀਰੀਅਸ ਬਿਮਾਰੀ ਦੇ ਵਿੱਚੋਂ ਹੀ ਕਾਊਂਟ ਕੀਤੀ ਜਾਂਦੀ ਹੈ ਤੇ ਜਿਹਦੇ ਨਾਲ ਬੱਚੇ ਦੀ ਰੀੜ ਦੀ ਹੱਡੀ ਦਾ ਸਹੀ ਵਿਕਾਸ ਨਹੀਂ ਹੁੰਦਾ ਤੇ ਕਿਉਂਕਿ ਜਿਹੜੀ ਹੈਗੀ ਆ ਇਹ ਰੀੜ ਦੀ ਹੱਡੀ ਦੇ ਨਾਲ ਰਿਲੇਟ ਕਰਦੀ ਹੈ ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਹੈਗੇ ਆ ਪੂਰੀ ਬੋਡੀ ਨੂੰ ਵੀ ਇਹਦਾ ਜਿਹੜਾ ਹੈ ਪ੍ਰਭਾਵ ਦੇਖਣ ਨੂੰ ਮਿਲਦਾ ਹਨਾ। ਜਿਹੜੀ ਦੀ ਕਾਮਨ ਲੋਕੇਸ਼ਨ ਹੋਈ ਹੁੰਦੀ ਆ ਲੋਅਰ ਬੈਕ ਦੇ ਉੱਪਰ ਕੋਈ ਜਿਹੜਾ ਹੈ ਲੋਅਰ ਬੈਕ ਦੇ ਉੱਪਰ ਜਾਂ ਮਿਡਲ ਬੈਕ ਦੇ ਉੱਪਰ ਜਿਹੜਾ ਹੈਗਾ ਕੋਈ ਹੇਅਰੀ ਪੈਚ ਹੋਊਗਾ ਵਾਲਾਂ ਦਾ ਕੋਈ ਗੁੱਛਾ ਜਾਂ ਕੋਈ ਡਾਰਕ ਸਪੌਟ ਆ ਜਿਹੜਾ ਉਹ ਬਣ ਜਾਂਦਾ ਤਾਂ ਉਹ ਤੋਂ ਸਾਨੂੰ ਪਤਾ ਲੱਗਦਾ ਕਿ ਇੱਥੇ ਜਿਹੜੀ ਹੈਗੀ ਆ ਸਾਡੀ ਜੋ ਸਪਾਈਨ ਤੇ ਮੈਮਬ੍ਰੇਨ ਹੈਗੀ ਆ ਉਹਦੇ ਵਿੱਚ ਇੱਕ ਸਪੇਸ ਆ ਜਿੱਥੋਂ ਸਾਨੂੰ ਇਹ ਬਿਮਾਰੀ ਦੇ ਬਾਰੇ ਅਸੀਂ ਫਾਈਂਡ ਕਰ ਸਕਦੇ ਹਾਂ। ਜਿਹੜਾ ਨੈਕਸਟ ਕੁਐਸਚਨ ਆਪਣੇ ਕੋਲ ਥਰਡ ਕੁਐਸਚਨ ਪੈਸਪਲੈਨਿਸਿਸ। ਤਾਂ ਪੈਸਪਲੈਨਿਸ ਕਿਹੜੀ ਬਿਮਾਰੀ ਦਾ ਨਾਮ ਆ ਹਨਾ। ਪੈਸਪਲੈਨਿਸ ਆ ਜਿਹੜੀ ਬੇਸਿਕਲੀ ਕਿਹਦਾ ਨਾਮ ਹੈਗਾ ਫਲੈਟ ਫੁੱਟ ਆ ਜਿਹੜੀ ਇੱਕ ਡਿਵੈਲਪਮੈਂਟਲ ਡੀਫਾਰਮਿਟੀਜ਼ ਦੇ ਵਿੱਚ ਅਸੀਂ ਰੱਖਦੇ ਹਾਂ ਫਲੈਟ ਫੁੱਟ। ਜਿਵੇਂ ਕਿਸੇ ਬੱਚੇ ਦੇ ਜਿਹੜੇ ਪੈਰ ਹੁੰਦੇ ਆ ਹਰ ਇੱਕ ਬੱਚੇ ਦੇ ਪੈਰ ਦੀ ਜਦੋਂ ਅਸੀਂ ਵੱਡੇ ਆ ਆਪਦੇ ਪੈਰਾਂ ਨੂੰ ਦੇਖੋ ਤਾਂ ਨੀਚੇ ਸਾਡੇ ਪੈਰਾਂ ਦੇ ਇੱਕ ਕਰਵ ਬਣਦੀ ਆ ਹਨਾ। ਜੇ ਕਿਸੇ ਬੱਚੇ ਦੇ ਪੈਰ ਦੇ ਨੀਚੇ ਕਰਵ ਨਾ ਬਣੇ ਹਨਾ ਤਾਂ ਉਹਨੂੰ ਅਸੀਂ ਕੀ ਆਖਦੇ ਜਿਹੜੀ ਆਹ ਵਾਲੀ ਕਰਵ ਆ ਜਿਹਦੇ ਆਹ ਕਰਵ ਨਾ ਹੋਵੇ ਕਿਸੇ ਬੱਚੇ ਦਾ ਪੈਰ ਇਸੇ ਤਰੀਕੇ ਨਾਲ ਸਿੱਧਾ ਹੀ ਹੋਵੇ ਤਾਂ ਉਹਨੂੰ ਆਖਦੇ ਹੈਗੇ ਆ ਫਲੈਟ ਫੁੱਟ ਜਾਂ ਪੈਸਪਲੈਨਿਸ ਠੀਕ ਹੈ। ਇਸੇ ਤਰੀਕੇ ਨਾਲ ਜਿਹੜੀ ਨੌਕ ਨੀ ਆ ਉਹਦੇ ਚ ਕੀ ਹੁੰਦਾ ਕਿ ਜਿਹੜੇ ਗੋਡੇ ਹੁੰਦੇ ਆ ਉਹ ਗੋਡਿਆਂ ਤੋਂ ਲੱਤਾਂ ਜਿਹੜੀਆਂ ਹੁੰਦੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਤੇ ਬੋ ਲੈਗ ਦੇ ਵਿੱਚ ਜਿਹੜੇ ਲੱਤਾਂ ਨੇ ਉਹ ਗੋਡਿਆਂ ਤੋਂ ਬਾਹਰ ਨੂੰ ਹੋਣਗੀਆਂ। ਬਸ ਸਾਡੇ ਕੋਲ ਸੀਗਾ ਪੈਸਪਲੈਨਿਸ। ਤਾਂ ਪੈਸਪਲੈਨਿਸ ਦਾ ਮਤਲਬ ਕੀ ਹੁੰਦਾ ਜੀ ਫਲੈਟ ਫੁੱਟ। ਨੈਕਸਟ ਕੁਐਸਚਨ ਆਪਣੇ ਕੋਲ ਇਨ ਵਿਚ ਸਪਾਈਨਲ ਡੀਫਾਰਮਿਟੀ ਲੰਬਰ ਰੀਜਨ ਗੈਟ ਅਫੈਕਟਡ। ਕਿਹੜੀ ਡੀਫਾਰਮਿਟੀਜ਼ ਦੇ ਵਿੱਚ ਜਿਹੜਾ ਸਾਡਾ ਹੈ ਲੰਬਰ ਰੀਜਨ ਆ ਅਫੈਕਟ ਹੁੰਦਾ। ਜਿਹੜੀ ਆਪਣੀ ਰੀੜ ਦੀ ਹੱਡੀ ਹੈਗੀ ਉਹਦੇ ਡਿਫਰੈਂਟ ਰੀਜਨਸ ਆ
ਹਨਾ, ਤੇ ਬਿਮਾਰੀਆਂ ਵੀ ਉਹਨਾਂ ਡਿਫਰੈਂਟ ਰੀਜ਼ਨਸ ਦੇ ਨਾਲ ਹੀ ਵੇਟ ਕਰਦੀਆਂ। ਤਾਂ ਜਿਹੜੀ ਸਾਡੀ ਲੰਬਰ ਦੇ ਨਾਲ ਰਿਲੇਟਡ ਬਿਮਾਰੀ ਹੈਗੀ ਆ, ਲੰਬਰ ਏਰੀਆ ਦੇ ਨਾਲ ਰਿਲੇਟਡ ਬਿਮਾਰੀ ਹੈਗੀ ਆ, ਉਹ ਹੈਗੀ ਆ ਲਰਡੋਸਿਸ, ਜਿਹਨੂੰ ਹਾਈਪੋਲਰਡੋਸਿਸ ਵੀ ਆਖਦੇ ਆ। ਕਿੱਥੇ ਹੁੰਦਾ, ਜਿਵੇਂ ਆਪਾਂ ਕਹੀਏ ਆਪਣੀ ਉੱਪਰੋਂ ਲੈ ਕੇ ਨੀਚੇ ਤੱਕ ਰੀੜ ਦੀ ਹੱਡੀ ਆ, ਠੀਕ ਹੈ, ਤਾਂ ਜੇ ਰੀੜ ਦੀ ਹੱਡੀ ਦਾ ਜਿਹੜਾ ਬਿਲਕੁਲ ਨੀਚੇ ਵਾਲਾ ਪੋਰਸ਼ਨ ਹੁੰਦਾ, ਆਹ ਵਾਲਾ ਪੋਰਸ਼ਨ, ਠੀਕ ਹੈ, ਇਸ ਪੋਰਸ਼ਨ ਨੂੰ ਆਪਣਾ ਮੋਢਿਆਂ ਵਾਲਾ ਪੋਰਸ਼ਨ, ਆਪਣੇ ਪੇਟ ਵਾਲਾ ਪੋਰਸ਼ਨ ਆ, ਪੇਟ ਵਾਲਾ ਪੋਰਸ਼ਨ ਆ, ਤਾਂ ਪੇਟ ਵਾਲੇ ਪੋਰਸ਼ਨ ਤੋਂ ਇੱਥੋਂ ਕਾਫੀ ਜ਼ਿਆਦਾ ਅੱਗੇ ਨੂੰ ਵਧੀ ਹੁੰਦੀ ਆ ਨਾ ਜਿਹੜੀ ਇਹ ਲਰਡੋਸਿਸ, ਉਹਦੇ ਚ ਕੀ ਆਪਣੀ ਰੀੜ ਦੀ ਹੱਡੀ ਅੱਗੇ ਨੂੰ ਜਿਹੜੀ ਹੈਗੀ ਆ ਮੂਵ ਕਰ ਜਾਂਦੀ ਆ ਨਾ। ਤਾਂ ਜਿਹੜਾ ਲੰਬਰ ਰੀਜ਼ਨ ਹੁੰਦਾ, ਉਹ ਬੇਸਿਕਲੀ ਆਹ ਵਾਲਾ ਜਿਹੜਾ ਏਰੀਆ ਹੈਗਾ ਜਿੱਥੋਂ ਇਹ ਅੱਗੇ ਨੂੰ ਵੱਧਦੀ ਆ, ਠੀਕ ਹੈ, ਮੰਨ ਲਓ ਕਿ ਇਧਰਲੀ ਸਾਈਡ ਤੇ ਕਿਸੇ ਪਰਸਨ ਦਾ ਮੂੰਹ ਆ, ਤਾਂ ਇੱਥੋਂ ਅੰਦਰ ਨੂੰ ਮੂਵ ਕੀਤੀ ਆ, ਤਾਂ ਜਿਹੜਾ ਰੀਜ਼ਨ ਹੈਗਾ ਆਪਣਾ ਵਾਲਾ ਖੇਤਰ ਆ, ਇਹ ਕਿਹੜਾ ਹੈਗਾ, ਲੰਬਰ ਰੀਜ਼ਨ, ਠੀਕ ਹੈ। ਇਹ ਉਹਨਾਂ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਜਿਨ੍ਹਾਂ ਨੂੰ ਮੋਟਾਪਾ ਜ਼ਿਆਦਾ ਹੋਵੇ, ਠੀਕ ਹੈ, ਮੋਟਾਪਾ ਜ਼ਿਆਦਾ ਹੋਊਗਾ ਤਾਂ ਪੇਟ ਤੋਂ ਜਿਹੜੀ ਰੀੜ ਦੀ ਹੱਡੀ ਆ ਉਹ ਅੱਗੇ ਵੱਲ ਨੂੰ ਮੂਵ ਕਰਨ ਲੱਗ ਜੂਗੀ, ਤੇ ਲੋਅਰ ਬੈਕ ਤੇ ਆ ਜਿਹੜਾ ਇੱਕ ਖੱਪਾ ਜਿਹਾ ਬਣ ਜਾਂਦਾ, ਸਪੇਸ ਬਣ ਜਾਂਦੀ ਹੈ, ਜਿਵੇਂ ਆਪਾਂ ਕਹੇ ਕਾਫੀ ਬੈਂਡ ਆ ਜਿਹੜਾ ਬੈਕ ਤੋਂ ਦਿਖਾਈ ਦਿੰਦਾ, ਠੀਕ ਹੈ ਜੀ। ਜਿਹੜੀ ਕਾਈਫੋਸਿਸ ਹੈਗੀ ਆ, ਇਹ ਆਪਣੇ ਮੋਢਿਆਂ ਦੇ ਉੱਪਰ ਆ, ਮੋਢਿਆਂ ਦੇ ਉੱਪਰ ਜਿਹੜੇ ਹੈਗੇ ਆ ਥੋਰੈਸਿਸ ਏਰੀਆ, ਉਹਦੇ ਉੱਪਰ ਆ ਜਿਹੜਾ ਇਹ ਦੇਖੀ ਜਾਂਦੀ ਹੈ, ਜਿਹਨੂੰ ਕੁੱਬਾਪਨ ਆਖ ਦਿੰਦੇ ਆ। ਜਿਹੜੀ ਸਕੋਲਿਸਿਸ ਹੈਗੀ ਆ, ਉਹ ਜੇ ਆਪਾਂ ਸਿੱਧਾ ਕੋਈ ਪਰਸਨ ਖੜਾ ਹੋਵੇ ਤੇ ਉਹਦੀ ਰੀੜ ਦੀ ਹੱਡੀ ਜਾਂ ਤਾਂ ਸੀ ਸ਼ੇਪ ਦੀ ਹੋਵੇ ਜਾਂ ਐਸ ਸ਼ੇਪ ਵਰਗੀ ਬਣ ਜੇ, ਹਨਾ, ਇੰਨੀ ਨਹੀਂ ਹੁੰਦੀ, ਮਤਲਬ ਆਪਾਂ ਦੇਖੀਏ ਤਾਂ ਉਹ ਕਿਤੇ ਨਾ ਕਿਤੇ ਸੀ ਜਾਂ ਐਸ ਵਾਂਗੂ ਫੋਲਡ ਹੋਈ ਹੁੰਦੀ ਆ, ਹਨਾ, ਤਾਂ ਉਹਨੂੰ ਅਸੀਂ ਆਖਦੇ ਹਾਂ ਸਕੋਲਿਸਿਸ। ਬਟ ਜਿਹੜੀ ਸਾਡੀ ਲੰਬਰ ਰੀਜਨ ਦੇ ਨਾਲ ਰਿਲੇਟਡ ਪੁੱਛਿਆ ਗਿਆ ਤਾਂ ਆਪਣੇ ਕੋਲ ਕੀ ਹੈਗਾ, ਲਰਡੋਸਿਸ, ਜਾਂ ਇੱਥੇ ਆਪਸ਼ਨ ਹੋ ਸਕਦੀ ਸੀਗੀ, ਜਾਂ ਆਪਣੇ ਕੋਲ ਇੱਥੇ ਜਿਹੜੀ ਆਪਸ਼ਨ ਹੋ ਸਕਦੀ ਸੀਗੀ ਹਾਈਪਰਲਰਡੋਸਿਸ, ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਵਿਚ ਆਫ ਫੋਲੋਇੰਗ ਇਜ਼ ਅ ਰੋਂਗ ਪੇਅਰ, ਇਹਨਾਂ ਦੇ ਵਿੱਚੋਂ ਕਿਹੜਾ ਰੋਂਗ ਪੇਅਰ ਆ। ਵਰਲਡ ਨਿਊਟ੍ਰੀਸ਼ਨ ਡੇ ਕਦੋਂ ਹੁੰਦਾ, 28 ਮਈ ਨੂੰ। ਵਰਲਡ ਹੈਲਥ ਡੇ ਕਦੋਂ ਹੁੰਦਾ, 7 ਅਪ੍ਰੈਲ ਨੂੰ। ਵਰਲਡ ਪੋਲੀਓ ਡੇ ਕਦੋਂ ਹੁੰਦਾ, 24 ਅਕਤੂਬਰ ਨੂੰ। ਤਾਂ ਆਪਣੇ ਕੋਲ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਗਲਤ ਪੇਅਰ ਨਹੀਂ ਗਾ, ਤਾਂ ਆਨਸਰ ਕੀ ਹੈ, ਨਨ ਆਫ ਅਬਵ। ਦੈਨ ਨੈਕਸਟ ਕੁਐਸਚਨ, what are the effect of deficiency of vitamin A? ਵਿਟਾਮਿਨ ਏ ਦੀ ਜੇ ਕਮੀ ਹੋ ਜਾਂਦੀ ਆ ਤਾਂ ਕਿਹੜੀ ਜਿਹੜੀ ਹੈਗੀ ਆ ਵਿਟਾਮਿਨ ਏ ਦੀ ਕਮੀ ਦੇ ਕਿਹੜੇ ਪ੍ਰਭਾਵ ਆ ਜਿਹੜੇ ਦੇਖੇ ਜਾ ਸਕਦੇ ਆ। ਤਾਂ ਵਿਟਾਮਿਨ ਏ ਦੀ ਕਮੀ ਦੇ ਕਰਕੇ ਨਾਈਟ ਬਲਾਈਂਡਨੈਸ ਹੋ ਜੂਗੀ, ਕਿਉਂਕਿ ਅੱਖਾਂ ਪ੍ਰਭਾਵਿਤ ਹੁੰਦੀਆਂ ਨੇ ਇਹਦੇ ਨਾਲ, ਹਨਾ। ਤੇ ਬਾਇਟਡ ਸਪੌਟ ਵੀ ਕੀ ਹੁੰਦੇ ਆ, ਅੱਖਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੇ ਦਾਗ ਜੇ ਦਿਖਾਈ ਦੇਣ ਲੱਗਦੇ, ਉਹਨੂੰ ਆਖਦੇ ਆ ਬਾਇਟਡ ਸਪੌਟ, ਇਹ ਵੀ ਅੱਖਾਂ ਦੇ ਨਾਲ ਰਿਲੇਟਡ ਆ। ਤੇ ਨਾਲ ਹੀ ਜਿਹੜੀ ਸਕਿਨ ਵੀ ਡਰਾਈ ਹੋ ਜਾਂਦੀ ਹੈ ਤੇ ਹੇਅਰ ਵੀ, ਇਸ ਕਰਕੇ ਆਪਣੇ ਕੋਲ ਆਨਸਰ ਹੈ ਇੱਥੇ all of these। ਤਾਂ ਇਹ ਸਾਰੇ ਹੀ ਵਿਟਾਮਿਨ ਏ ਦੀ ਕਮੀ ਦੇ ਕਰਕੇ ਪੋਸੀਬਲ ਹੁੰਦੇ ਆ। ਦੈਨ ਹੈ ਆਪਣੇ ਕੋਲ, which of following nutrient complete energy through oxygen and produce vitamin C2? ਇਹਨਾਂ ਦੇ ਵਿੱਚੋਂ ਕਿਹੜਾ ਨਿਊਟ੍ਰੀਐਂਟ ਆ ਜਿਹੜਾ એનર્ਜੀ ਕ੍ਰੀਏਟ ਕਰਦਾ। ਵੈਸੇ ਵੀ ਇਹਨਾਂ ਦੇ ਵਿੱਚ ਇੱਕ ਆਪਣੇ ਕੋਲ ਪਿਆ ਹੋਇਆ ਜਿਹੜਾ એનર્ਜੀ ਕ੍ਰੀਏਟ ਕਰਦਾ। એનર્ਜੀ ਕ੍ਰੀਏਟ ਕਰਨ ਵਾਲੇ ਦੋ ਨੇ, ਇੱਕ ਤਾਂ ਹੈ ਫੈਟ, ਦੂਜਾ ਹੈ ਕਾਰਬੋਹਾਈਡਰੇਟ। ਤਾਂ ਆਪਣੇ ਕੋਲ ਪਹਿਲਾਂ ਤਾਂ ਇੱਥੇ ਹੀ ਕਲੀਅਰ ਹੋ ਜਾਂਦਾ ਕੀ ਹੈਗਾ, ਕਾਰਬੋਹਾਈਡਰੇਟ, ਠੀਕ ਹੈ। ਬਟ ਥਰੂ ਆਕਸੀਜਨ ਦੀ ਹੈਲਪ ਦੇ ਨਾਲ ਕ੍ਰੀਏਟ ਕਰਦਾ, ਤੇ ਨਾਲ ਹੀ ਵਿਟਾਮਿਨ ਸੀ ਨੂੰ ਵੀ ਪ੍ਰੋਡਿਊਸ ਕਰਨ ਦੇ ਵਿੱਚ ਹੈਲਪ ਕਰਦਾ। ਤੇ ਆਪਣੇ ਕੋਲ ਕਿਹੜਾ ਹੈ ਜੀ, ਬੀ ਆਨਸਰ, ਜਾਨੀ ਕਿ ਕਾਰਬੋਹਾਈਡਰੇਟ। ਨੈਕਸਟ ਕੁਐਸਚਨ ਆਪਣੇ ਕੋਲ, ਅਕੋਰਡਿੰਗ ਟੂ NEP 2020 ਪ੍ਰੀ ਸਕੂਲ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸਟੇਜ ਇਜ਼, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸਟੇਜ ਨੂੰ 2020 ਦੀ ਪਾਲਿਸੀ ਦੇ ਵਿੱਚ ਕਿਹੜੇ ਨਾਮ ਨਾਲ ਜਾਣਿਆ ਗਿਆ। ਤਾਂ ਪਹਿਲੇ ਜਿਹੜੇ 5 ਸਾਲਾਂ ਦੀ ਸਟੇਜ ਆ ਬੱਚੇ ਦੀ, ਉਹਨੂੰ ਕਿਹਦੇ ਨਾਂ ਨਾਲ ਜਾਣਿਆ ਗਿਆ ਹੈਗਾ, ਫਾਊਂਡੇਸ਼ਨ ਦੇ ਨਾਲ, ਠੀਕ ਹੈ। ਉਸ ਤੋਂ ਉੱਪਰ ਜਿਹੜੀ ਹੈਗੀ ਆ 3rd ਤੋਂ ਲੈ ਕੇ 5th ਤੱਕ ਦੀ, ਉਹਨੂੰ ਪ੍ਰੈਪਰੇਟਰੀ ਸਟੇਜ ਦੇ ਨਾਲ, ਠੀਕ ਹੈ ਜੀ। ਤਾਂ ਆਪਣੇ ਕੋਲ ਇੱਥੇ ਫਾਊਂਡੇਸ਼ਨ ਸਟੇਜ ਆਨਸਰ ਬਣੂਗਾ। ਨੈਕਸਟ ਕੁਐਸਚਨ ਆਪਣੇ ਕੋਲ, what are wrong about naturalism? ਨੈਚੁਰਲਿਜ਼ਮ ਕੀ ਸੀਗਾ, ਪ੍ਰਕਿਰਤੀਵਾਦ। ਤਾਂ ਪ੍ਰਕਿਰਤੀਵਾਦ ਦੇ ਬਾਰੇ ਚ ਕਹਿੰਦੇ ਕਿਹੜਾ ਗਲਤ ਆ। ਤਾਂ ਪ੍ਰਕਿਰਤੀਵਾਦ ਜਿਹੜਾ ਹੈਗਾ, ਸਭ ਤੋਂ ਪਹਿਲੀ ਸਟੇਟਮੈਂਟ, ਸਟਾਰਟਡ ਬਾਈ ਥੇਲਸ ਤੇ ਡਿਵੈਲਪਡ ਬਾਈ ਰੂਸੋ, ਬਿਲਕੁਲ ਠੀਕ ਆ ਨਾ। ਥੇਲਸ ਨੇ ਇਹਨੂੰ ਸ਼ੁਰੂ ਕੀਤਾ ਤੇ ਰੂਸੋ ਨੇ ਇਹਨੂੰ ਵਿਕਸਿਤ ਕੀਤਾ। ਇਹਦਾ ਜਿਹੜਾ ਮੇਨ ਇੱਕ ਕੀ ਵਰਡ ਰਿਹਾ ਉਹ ਸੀ ਬੈਕ ਟੂ ਨੇਚਰ, ਮੁੜ ਕੁਦਰਤ ਵੱਲ, ਠੀਕ ਹੈ ਜੀ। ਇਟਸ ਅ ਮਾਡਰਨ ਫਿਲਾਸਫੀ, ਇਹ ਗਲਤ ਆ। ਕਿਉਂਕਿ ਜਿਹੜੀ ਨੈਚੁਰਲਿਜ਼ਮ ਤੇ ਆਈਡਲਿਜ਼ਮ ਆ, ਉਹ ਓਲਡ ਫਿਲਾਸਫੀਜ਼ ਦੇ ਵਿੱਚੋਂ ਨੇ, ਮਾਡਰਨ ਫਿਲਾਸਫੀ ਦੇ ਵਿੱਚੋਂ ਨਹੀਂ ਆ। ਟਾਈਮ ਦੇ ਨਾਲ ਜ਼ਰੂਰ ਇਹਨਾਂ ਦੇ ਵਿੱਚ ਕੁਛ ਨਾ ਕੁਛ ਐਡ ਹੋਇਆ, ਬਟ ਇਹ ਫਿਰ ਵੀ ਓਲਡੈਸਟ ਫਿਲਾਸਫੀਜ਼ ਨੇ ਦੋਨੋਂ ਹੀ, ਆਈਡਲਿਜ਼ਮ ਤੇ ਜਿਹੜੀ ਹੈਗੀ ਆ ਨੈਚੁਰਲਿਜ਼ਮ। ਡੀ ਹੈਗਾ ਨੈਚੁਰਲ ਇਨਵਾਇਰਨਮੈਂਟ ਐਂਡ ਨੇਚਰ ਆਫ ਚਾਈਲਡ, ਬਿਲਕੁਲ। ਜਿਹੜੀ ਨੈਚੁਰਲਿਜ਼ਮ ਆ ਉਹ ਇਸ ਗੱਲ ਦੇ ਉੱਪਰ ਜ਼ੋਰ ਦਿੰਦੀ ਆ ਜਿਹੜਾ ਸਾਡਾ ਕੁਦਰਤੀ ਵਾਤਾਵਰਨ ਉਹ 'ਚ ਬੱਚਾ ਰਹਿ ਕੇ ਸਿੱਖੇ, ਤੇ ਨਾਲ ਹੀ ਜਿਹੜਾ ਹੈ ਕੁਦਰਤ, ਬੱਚਿਆਂ ਦਾ ਜਿਹੜਾ ਸੁਭਾਅ ਉਹ ਇੰਪੋਰਟੈਂਟ ਆ। ਮਤਲਬ ਇੱਥੇ ਕੁਦਰਤੀ ਨੇਚਰ, ਜੋ ਕੁਦਰਤੀ ਨੇਚਰ ਆ, ਮਤਲਬ ਨੇਚਰ ਜਿਹਨੂੰ ਅਸੀਂ ਕੁਦਰਤ ਦੀ ਸੈਂਸ ਵਿੱਚ ਲੈਂਦੇ ਆ, ਉਹ ਵੀ
ਇੰਪੋਰਟੈਂਟ ਆ ਤੇ ਨਾਲ ਹੀ ਬੱਚੇ ਦਾ ਜੋ ਨੇਚਰ ਆ ਯਾਨੀ ਜੋ ਬੱਚੇ ਦਾ ਸੁਭਾਅ ਉਹ ਵੀ ਇੰਪੋਰਟੈਂਟ ਆ ਤੇ ਇੱਥੇ ਨੈਚੁਰਲਿਜ਼ਮ ਦਾ ਮਤਲਬ ਬੱਚੇ ਦੇ ਸੁਭਾਅ ਤੇ ਕੁਦਰਤ ਦੋਨਾਂ ਦੇ ਨਾਲ ਜੋੜਿਆ ਜਾਂਦਾ। ਨੈਕਸਟ ਹੈਗਾ what is right about Froebel, Froebel ਦੇ ਬਾਰੇ ਕੀ ਸਹੀ ਆ। he set up first kindergarten in 1937। ਤੁਹਾਡੀ ਜਦੋਂ ਕਲਾਸ ਲੱਗੀ ਸੀ ਇੱਕ ਕਲਾਸ ਦੇ ਵਿੱਚ ਮੇਰੇ ਤੋਂ ਗਲਤ ਬੋਲਿਆ ਗਿਆ ਸੀ ਤੇ ਮੈਂ ਬੋਲਤਾ ਸੀ ਉੱਥੇ 1937 ਬਟ ਉਸ ਤੋਂ ਬਾਅਦ ਤੁਹਾਡੀਆਂ ਜਿੰਨੀਆਂ ਵੀ ਕਲਾਸਿਸ ਹੋਈਆਂ ਉਹਨਾਂ ਦੇ ਵਿੱਚ ਮੈਂ ਲਗਾਤਾਰ ਤੁਹਾਨੂੰ ਇਹ ਕਰੈਕਟ ਕੀਤਾ ਕਿ ਜਿਹੜੀ ਸਾਡੀ ਫਰੋਬਲ ਨੇ ਜਿਹੜਾ ਫਰਸਟ ਕਿੰਡਰਗਾਰਟਨ ਸੈਟਅਪ ਕੀਤਾ ਸੀ ਉਹ 1837 ਦੇ ਪੀਰੀਅਡ ਦੇ ਵਿੱਚ ਕੀਤਾ ਸੀ। ਠੀਕ ਹੈ ਜੀ, ਤਾਂ ਆਪਣੇ ਕੋਲ ਜਿਹੜਾ ਇੱਥੇ ਆਨਸਰ ਹੈਗਾ ਇੱਥੇ ਜਿਹੜਾ 1937 ਆ ਉਹ ਗਲਤ ਆ। ਠੀਕ ਹੈ, ਤਾਂ ਆਪਣੇ ਕੋਲ ਆਨਸਰ ਕੀ ਬਣਦਾ ਹੈਗਾ ਕਿ ਕਿੰਡਰਗਾਰਟਨ ਜਿਹੜਾ ਹੈਗਾ ਕਿੰਡਰਗਾਰਟਨ ਪਹਿਲਾਂ ਕਦੋਂ ਸੈਟਅਪ ਹੋਇਆ 1837 ਦੇ ਵਿੱਚ, ਤਾਂ ਇਸ ਕਰਕੇ ਸਟੇਟਮੈਂਟ ਵੀ ਗਲਤ ਆ। ਸੈਕੰਡ ਹੀ ਫੀਲ ਵੂਡਨ ਬਲੌਕ ਗਿਫਟ ਐਂਡ ਆਕੂਪੇਸ਼ਨ ਵੇਸਟ ਟਾਈਮ, ਇਹ ਵੀ ਗਲਤ ਆ ਬਿਕੋਜ਼ ਜਿਹੜਾ ਫਰੋਬਲ ਸੀ ਉਹਨੇ ਇਹ ਕਿਹਾ ਕਿ ਉਹਨੇ ਲੱਕੜ ਦੇ ਗੁਟਕੇ ਦਿੱਤੇ ਹਨਾ, ਲੱਕੜ ਦੇ ਟॉयਜ਼ ਦਿੱਤੇ, ਨਾਲ ਹੀ ਸ਼ੰਕੂ ਹੋਰ ਬਹੁਤ ਸਾਰੀਆਂ ਸ਼ੇਪਸ ਨੇ ਜਿਹੜੀਆਂ ਵੂਡਨ ਦੇ ਵਿੱਚ ਦਿੱਤੀਆਂ ਜਿਹਨੂੰ ਉਹਨੇ ਗਿਫਟ ਦਾ ਨਾਮ ਦਿੱਤਾ ਤੇ ਨਾਲ ਹੀ ਆਕੂਪੇਸ਼ਨ ਉਹਨਾਂ ਦੀ ਵਰਤੋਂ ਨੂੰ ਆਕੂਪੇਸ਼ਨ ਦਾ ਨਾਮ ਵੀ ਦਿੱਤਾ। ਇਹਦਾ ਮਤਲਬ ਇਹ ਤਾਂ ਉਹਦੇ ਦੁਆਰਾ ਦਿੱਤੇ ਗਏ ਸੀ, ਫਿਰ ਉਹਨਾਂ ਨੂੰ ਵੇਸਟ ਆਫ ਟਾਈਮ ਨਹੀਂ ਆਖ ਸਕਦਾ। ਠੀਕ ਹੈ, ਦੈਨ ਹੈਗਾ ਟੀਚਿੰਗ ਥਰੂ ਸੌਂਗਸ ਐਂਡ ਫਿਜ਼ੀਕਲ ਐਕਟੀਵਿਟੀਜ਼। ਜਿਹੜਾ ਫਰੋਬਲ ਆ ਉਹਨੇ ਇਹ ਆਖਿਆ ਸੀਗਾ ਕਿ ਇੱਕ ਬੱਚੇ ਨੂੰ ਜਿੰਨਾ ਜਿਵੇਂ ਆਪਾਂ ਰਾਈਮਸ ਜਾਂ ਬੱਚੇ ਨੂੰ ਪੋਇਮਸ ਸਿਖਾਉਂਦੇ ਆ, ਬੱਚਾ ਐਕਸ਼ਨ ਕਰ ਕਰਕੇ ਕਿਸੇ ਗੀਤਾਂ ਨੂੰ ਗਾਉਂਦਾ, ਤਾਂ ਉਹ ਜਿਹੜਾ ਇੱਕ ਬਹੁਤ ਇੰਪੋਰਟੈਂਟ ਤਰੀਕਾ ਬੱਚੇ ਨੂੰ ਪੜ੍ਹਾਉਣ ਦਾ। ਠੀਕ ਹੈ ਜੀ, ਤਾਂ ਕਿਉਂਕਿ ਇਹਨੇ ਜਿਹੜਾ ਸੀਗਾ ਕਿੰਡਰਗਾਰਟਨ ਦੇ ਲਈ ਗੀਤ ਵੀ ਲਿਖੇ ਸੀਗੇ 1843 ਦੇ ਵਿੱਚ ਸਕੂਲ ਦੇ ਵਿੱਚ ਗਵਾਉਣ ਦੇ ਲਈ, ਤਾਂ ਇਸ ਕਰਕੇ ਇਹਨੇ ਜਿਹੜਾ ਹੈਗਾ ਗੀਤਾਂ ਦੇ ਰਾਹੀਂ ਬੱਚੇ ਨੂੰ ਸਿਖਾਉਣ ਦੇ ਉੱਪਰ ਜ਼ਰੂਰ ਜ਼ੋਰ ਦਿੱਤਾ। ਦੈਨ ਹੈਗਾ ਹੀ ਗਿਵ ਪ੍ਰੋਜੈਕਟ ਮੈਥਡ ਨੋ, ਇਹਨੇ ਕਿੰਡਰਗਾਰਟਨ ਮੈਥਡ ਦਿੱਤਾ, ਇਹਨੇ ਪ੍ਰੋਜੈਕਟ ਮੈਥਡ ਨਹੀਂ ਦਿੱਤਾ। ਪ੍ਰੋਜੈਕਟ ਮੈਥਡ ਕਿਹਨਾਂ ਨਾਲ ਸੰਬੰਧ ਹੈਗਾ ਪ੍ਰੈਗਮੈਟਿਜ਼ਮ ਸਕੂਲ ਦੇ ਨਾਲ, ਤੇ ਕਿਹਨੇ ਦਿੱਤਾ ਸੀ ਕਿਲਬੈਟਰਿਕ ਨੇ, ਬਟ ਇਹਨੂੰ ਐਜੂਕੇਸ਼ਨ ਦੇ ਵਿੱਚ ਲਿਆਉਣ ਵਾਲਾ ਕੌਣ ਹੈਗਾ ਜੌਨ ਡੈਵੀ। ਠੀਕ ਹੈ ਜੀ, ਤਾਂ ਆਪਣੇ ਕੋਲ ਵਟ ਇਜ਼ ਰਾਈਟ ਅਬਾਊਟ ਆਪਣੇ ਕੋਲ ਇੱਕ ਹੀ ਸਟੇਟਮੈਂਟ ਰਾਈਟ ਆ ਕਿ ਟੀਚਿੰਗ ਥਰੂ ਸੌਂਗਸ ਵਿਦ ਫਿਜ਼ੀਕਲ ਐਕਟੀਵਿਟੀ, ਸਰੀਰਕ ਗਤੀਵਿਧੀਆਂ ਦੇ ਰਾਹੀਂ ਗੀਤ ਨੂੰ ਗਾਇਆ ਜਾਵੇ, ਇਹ ਆਖਿਆ ਕਿਹਨਾਂ ਨੇ ਫਰੋਬਲ ਨੇ। ਨੈਕਸਟ ਕੁਐਸਚਨ ਆਪਣੇ ਕੋਲ Madam Montessori believes education at pre-primary level should based on, pre-primary level ਦੇ ਉੱਪਰ ਜਿਹੜੀ ਐਜੂਕੇਸ਼ਨ ਆ ਮੈਡਮ ਮੋਂਟੈਂਸਰੀ ਦੇ ਅਕੋਰਡਿੰਗ ਕਿਸ ਤੇ ਆਧਾਰਿਤ ਹੋਣੀ ਚਾਹੀਦੀ ਹੈ। ਮੈਡਮ ਮੋਂਟੈਂਸਰੀ ਨੇ ਆਖਿਆ ਸੀਗੇ ਕਿ ਸਾਇੰਟਿਫਿਕ ਆਬਜ਼ਰਵੇਸ਼ਨ ਬੇਸਡ ਹੋਵੇ, ਹੈਂਡਸ ਔਨ ਲਰਨਿੰਗ ਹੋਵੇ, ਮਤਲਬ ਲਰਨਿੰਗ ਬਾय ਡੂਇੰਗ ਜਿੱਥੇ ਬੱਚਾ ਕਰਕੇ ਸਿੱਖ ਸਕੇ, ਕੋਲੈਬੋਰੇਟਿਵ ਸਹਿ ਸੰਯੋਗ ਤੇ ਬੇਸਡ ਹੋਵੇ, ਬੱਚੇ ਇੱਕ ਦੂਜੇ ਨਾਲ ਸੋਸ਼ਲੀ ਇੰਟਰੈਕਟ ਕਰਕੇ ਐਕਟੀਵਿਟੀ ਕਰਕੇ ਸਿੱਖਣ, ਤਾਂ ਇਹ ਆਪਣੇ ਕੋਲ ਸਾਰੀਆਂ ਚੀਜ਼ਾਂ ਹੀ ਇਹਦੇ ਚ ਆਉਣਗੀਆਂ। ਇਹਨਾਂ ਨੇ ਇਹ ਕਿਹਾ ਸੀ ਇਹ ਸਾਰੀਆਂ ਚੀਜ਼ਾਂ ਹੀ ਸਿੱਖਿਆ ਦਾ ਆਧਾਰ ਆ। then ਹੈ which age should keep in normalization by Montessori, ਮੈਡਮ ਮੋਂਟੈਂਸਰੀ ਨੇ normalization term ਕਦੋਂ ਯੂਜ਼ ਕੀਤੀ, ਜਦੋਂ ਉਹਨੇ ਇਹ ਕਿਹਾ ਕਿ ਜਿਹੜੇ ਬੱਚੇ ਨੇ ਉਹ ਆਪਣੀ ਨੀਡ ਤੇ ਯੋਗਤਾ ਦੇ ਅਕੋਰਡਿੰਗ ਸਿੱਖਦੇ ਆ। ਠੀਕ ਹੈ, ਨਾਰਮਲਾਈਜੇਸ਼ਨ ਦਾ ਮਤਲਬ ਕੀ ਸੀਗਾ ਕਿ ਹਰ ਇੱਕ ਬੱਚਾ ਜਿਹੜਾ ਹੈਗਾ ਉਹ ਆਪਣੀ ਨੀਡ ਦੇ ਅਕੋਰਡਿੰਗ ਤੇ ਆਪਣੀ ਅਬਿਲਿਟੀ ਦੇ ਅਕੋਰਡਿੰਗ ਜੋ ਚੀਜ਼ ਸਿੱਖਣੀ ਚਾਹੁੰਦੀ ਹੈ ਸਿੱਖਣਾ ਚਾਹੁੰਦਾ ਸਿਰਫ ਉਹਦੇ ਉੱਪਰ ਹੀ ਕੰਸੰਟਰੇਟ ਕਰੂਗਾ, ਜਾਣੀ ਕਿ ਆਪਦਾ ਧਿਆਨ ਕੇਂਦਰਿਤ ਕਰੂਗਾ। ਠੀਕ ਹੈ, ਇਸੇ ਟਰਮ ਨੂੰ ਉਹਨੇ ਨਾਰਮਲਾਈਜੇਸ਼ਨ ਕਿਹਾ ਤੇ ਨਾਰਮਲਾਈਜੇਸ਼ਨ ਦੀ ਸਟੇਜ ਉਹਨੇ 3 ਤੋਂ 6 ਸਾਲ ਦੇ ਬੱਚੇ ਨੂੰ ਕਿਹਾ ਕਿ 3 ਤੋਂ 6 ਸਾਲ ਦਾ ਬੱਚਾ ਨਾਰਮਲਾਈਜੇਸ਼ਨ ਜਾਣੀ ਕਿ ਜਿੰਨਾ ਚੀਜ਼ਾਂ ਨੂੰ ਲਰਨ ਕਰਨਾ ਚਾਹੁੰਦਾ, ਜਿਹੜੀਆਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਇੰਟਰਸਟ ਆ ਸਿਰਫ ਉਹਨਾਂ ਚੀਜ਼ਾਂ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਹੀ ਸਿੱਖੂਗਾ। ਠੀਕ ਹੈ ਜੀ, ਦੈਨ ਨੈਕਸਟ ਕੁਐਸਚਨ ਹੈਗਾ ਆਪਣੇ ਕੋਲ which of following not role of ਤਾਰਾਬਾਈ ਮੋਦਕ in preschool education, preschool education ਦੇ ਵਿੱਚ ਤਾਰਾਬਾਈ ਮੋਦਕ ਦਾ ਜਿਹੜਾ ਹੈਗਾ ਕੀ ਯੋਗਦਾਨ ਨਹੀਂ ਰਿਹਾ। ਠੀਕ ਹੈ, ਤਾਂ ਇੱਥੇ ਕੰਪਲੀਟ ਨਹੀਂ ਹੋ ਰਿਹਾ ਕੁਐਸਚਨ, ਇਸ ਕਰਕੇ ਥੋੜਾ ਜਿਹਾ ਉੱਪਰ ਤਾਂ ਤਾਰਾਬਾਈ ਮੋਦਕ ਦਾ ਭਾਰਤ ਦੇ ਵਿੱਚ ਪ੍ਰੀ ਸਕੂਲ ਸਿੱਖਿਆ ਦੇ ਲਈ ਕੀ ਯੋਗਦਾਨ ਨਹੀਂ ਆ। ਠੀਕ ਹੈ, she set up ਬਾਲਵਾੜੀ to promote education in rural and tribal area, ਬਿਲਕੁਲ ਸਹੀ ਆ, ਉਹਨੇ ਸੈਟਅਪ ਕੀਤੀਆਂ ਬਾਲਵਾੜੀਜ਼ ਹਨਾ, ਸੈਂਟਰਲ ਬਾਲਵਾੜੀਜ਼ ਵੀ, ਤਾਂ ਉਹਨੇ ਜਿਹੜੀਆਂ ਬਾਲਵਾੜੀ ਸੈਟਅਪ ਕੀਤੀਆਂ ਰੂਰਲ ਏਰੀਆ ਦੇ ਵਿੱਚ ਵੀ ਤੇ ਟ੍ਰਾਈਬਲ ਏਰੀਆ ਦੇ ਵਿੱਚ ਵੀ। she wrote books for children and their parents, ਇਹ ਵੀ ਬਿਲਕੁਲ ਠੀਕ ਆ, ਉਹਨੇ ਬੱਚਿਆਂ ਦੇ ਲਈ ਤੇ ਮਾਪਿਆਂ ਨੂੰ ਗਾਈਡ ਕਰਨ ਦੇ ਲਈ ਕਿਤਾਬਾਂ ਵੀ ਲਿਖੀਆਂ ਪ੍ਰੀ ਸਕੂਲ ਐਜੂਕੇਸ਼ਨ ਦੇ ਲਈ। ਉਹਨੇ ਸਿੱਖਿਆ ਪੱਤਰਿਕਾ ਵੀ ਪਬਲਿਸ਼ ਕੀਤੀ ਪੇਰੈਂਟਸ ਦੇ ਵਿੱਚ ਪ੍ਰੀ ਸਕੂਲ ਐਜੂਕੇਸ਼ਨ ਨੂੰ ਲੈ ਕੇ ਮਾਪਿਆਂ ਨੂੰ ਅਵੇਅਰ ਕਰਨ ਦੇ ਲਈ। ਬਟ ਜਿਹੜਾ ਸੀ ਉਹਨੇ ਆਸ਼ਰਮ ਸਕੂਲ ਸਥਾਪਿਤ ਨਹੀਂ ਕੀਤੇ। ਆਸ਼ਰਮ ਸਕੂਲ ਕਿਹਨੇ ਸਥਾਪਿਤ ਕੀਤੇ ਸੀਗੇ? ਅਰਬਿੰਦੋ ਘੋਸ਼ ਨੇ। ਤਾਂ ਉਹਨੇ ਆਸ਼ਰਮ ਸਕੂਲਾਂ ਦੇ ਵੱਲ ਕੋਈ ਧਿਆਨ ਨਹੀਂ ਸੀ, ਉਹਨਾਂ ਦਾ ਧਿਆਨ ਮੇਨ ਬਾਲਵਾੜੀਆਂ ਵੱਲ ਤੇ ਪ੍ਰੀ ਸਕੂਲ ਐਜੂਕੇਸ਼ਨ ਦੇ ਵੱਲ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ ਆਪਣੇ ਕੋਲ ਆਰਟੀਕਲ 45 ਪ੍ਰੋਵਾਈਡ ECC till age
6 ईयर, ठीक है। 6 साल तक जिहड़ा है बच्चों नूं फ्री एजुकेशन मतलब ECC अर्ली चाइल्डहुड केयर ते एजुकेशन प्रदान करनी है। आर्टिकल 45 तो सानू दसदा ते 45 आर्टिकल किहदे नाल रिलेटेड हैगा, डायरेक्टिव प्रिंसीपल ऑफ स्टेट पॉलिसीज। 15 क्वेश्चन अपने कोल नैशनल पॉलिसी फॉर चिल्ड्रन 1974 ਜਿਹੜੀ ਕਿ ਬਾਅਦ 2013 ਦੇ ਵਿੱਚ ਜਿਹੜੀ ਹੈਗੀ ਰਿਵਾਈਜ਼ ਵੀ ਕੀਤੀ ਗਈ ਤਾਂ ਕੀ ਸਿਫਾਰਿਸ਼ ਕਰਦੀ ਹੈ। ਸਭ ਤੋਂ ਪਹਿਲਾਂ ਸਿਫਾਰਿਸ਼ ਕਰਦੀ ਹੈ ਵੈਲਫੇਅਰ ਆਫ ਚਿਲਡਰਨ, ਬੱਚਿਆਂ ਦੀ ਭਲਾਈ ਇਹਦਾ ਸਭ ਤੋਂ ਪਹਿਲਾ ਉਦੇਸ਼ ਆ। ਫਿਰ ਚਾਈਲਡ ਫ੍ਰੈਂਡਲੀ ਜਿਹੜਾ ਵਾਤਾਵਰਨ ਹੋਣਾ ਚਾਹੀਦਾ, ਬੱਚਿਆਂ ਦੀ ਨੀਡ ਦੇ ਅਕੋਰਡਿੰਗ ਬਾਲ ਕੇਂਦਰਿਤ ਵਾਤਾਵਰਨ ਹੋਵੇ ਦੇ ਉੱਪਰ ਜ਼ੋਰ ਦਿੰਦੀ ਆ। ਨਾਲ ਹੀ ਹਰ ਇੱਕ ਗਰੁੱਪ ਬੇਸ਼ੱਕ ਉਹ SC ਆ BC ਆ ਟ੍ਰਾਈਬਲ ਆ ਜੋ ਵੀ ਏਰੀਆ ਉੱਥੇ ਜਿਹੜੀ ਐਜੂਕੇਸ਼ਨ ਦੀ ਐਕਸੈਸ ਹੋਵੇ, ਇਹ ਸਾਰੀਆਂ ਚੀਜ਼ਾਂ ਦੇ ਉੱਪਰ ਹੀ ਸਾਡੀ ਜਿਹੜੀ 1974 ਦੀ ਪਾਲਿਸੀ ਹੈਗੀ ਆ NPC ਉਹ ਧਿਆਨ ਦਿੰਦੀ ਆ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਆਲ ਰਾਊਂਡ ਡਿਵੈਲਪਮੈਂਟ ਕਰ ਸਕਣ। ਨੈਕਸਟ ਕੁਐਸਚਨ 16 which day of week declare health and wellness day under school health program? ਸਕੂਲ ਹੈਲਥ ਪ੍ਰੋਗਰਾਮ ਦੇ ਅੰਡਰ ਕਿਹੜੇ ਦਿਹਾੜੇ ਨੂੰ ਤੰਦਰੁਸਤੀ ਦਿਹਾੜਾ ਘੋਸ਼ਿਤ ਕੀਤਾ ਗਿਆ? ਹੈਲਥ ਐਂਡ ਵੈਲਨੈਸ ਡੇ ਕਿਹੜੇ ਦਿਨ ਨੂੰ ਘੋਸ਼ਿਤ ਕੀਤਾ ਗਿਆ ਹੈ? ਟਿਊਜ਼ਡੇ, ਠੀਕ ਹੈ। ਟਿਊਜ਼ਡੇ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀਗਾ ਐਜ਼ ਅ ਹੈਲਥ ਐਂਡ ਵੈਲਨੈਸ ਡੇ ਇਨ ਸਕੂਲਸ। ਦੈਨ 17 ਕੁਐਸਚਨ ਆਪਣੇ ਕੋਲ ਆਈ ਹੀਅਰ ਆਈ ਫੋਰਗੇਟ, ਜੋ ਮੈਂ ਸੁਣਦਾ ਭੁੱਲ ਜਾਣਾ ਹਨਾ। ਆਈ ਹੀਅਰ ਆਈ ਫੋਰਗੇਟ ਮੈਂ ਭੁੱਲ ਗਿਆ, ਆਈ ਸਾ ਆਈ ਰਿਮੈਂਬਰ ਮੈਂ ਦੇਖਿਆ ਮੈਨੂੰ ਯਾਦ ਰਿਹਾ, I did मैं जो करके देखा I understand मैं समझ गया। This statement deals with which method of teaching at preschool? एक खास मैथड किहदे नाल डील करदा हैगा? एक्टिविटी मैथड। एक्टिविटी मैथड दे विच क्योंकि बच्चा आप एक्टिविटी करदा ते इस करके जिहड़ा ये एक्टिविटी मैथड हैगा वो इस स्टेटमेंट दे नाल डील करदा। नैक्सट क्वेश्चन अपने कोल असैसमेंट फॉर लर्निंग, सिखण दे अंकलन है ना, जिहड़ा सिखण दा अंकलन अपने कोल ਕੀ ਕਰਦਾ ਹੈ? ਬੇਸਿਕਲੀ ਫੋਸਟਰ ਕਰਦਾ ਮੋਟੀਵੇਸ਼ਨ ਨੂੰ, ਬੱਚਿਆਂ ਦੇ ਵਿੱਚ ਜਿਹੜੀ ਪ੍ਰੇਰਨਾ ਨੂੰ ਕ੍ਰੀਏਟ ਕਰਦਾ, ਉਹਨਾਂ ਚ ਜੋ ਡੇ ਬਾਈ ਡੇ ਜੋ ਵੀ ਚੀਜ਼ਾਂ ਇੰਪਰੂਵ ਕਰਨ ਵਾਲੀਆਂ ਨੇ ਉਹਨਾਂ ਨੂੰ ਇੰਪਰੂਵ ਕਰਕੇ। ਇਜ਼ ਡਨ ਫॉर द ਪਰਪਸ ਆਫ ਸੈਗਰੀਗੇਸ਼ਨ ਐਂਡ ਰੈਂਕਿੰਗ। ਦੇਖੋ ਇਹਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ, ਜਦੋਂ ਵੀ ਅਸੈਸਮੈਂਟ ਟਰਮ ਆਊਗੀ ਤੁਹਾਡੇ ਕੋਲ ਤੇ ਉੱਥੇ ਰੈਂਕਿੰਗ ਗ੍ਰੇਡਿੰਗ ਇਹ ਚੀਜ਼ਾਂ ਦਿੱਤੀਆਂ ਹੁਣ, ਉਹ ਅਸੈਸਮੈਂਟ ਦਾ ਪਰਪਸ ਬਿਲਕੁਲ ਨਹੀਂ ਹੈਗਾ ਇਨ ਚਾਈਲਡ ਐਜੂਕੇਸ਼ਨ, ਚਾਈਲਡ ਸੈਂਟਰ ਐਜੂਕੇਸ਼ਨ ਦੇ ਵਿੱਚ, ਠੀਕ ਹੈ। ਤਾਂ ਜਿੱਥੇ ਰੈਂਕਿੰਗ ਆ ਗਿਆ, ਗ੍ਰੇਡ ਆ ਗਿਆ, ਕਿਉਂਕਿ ਬੱਚਿਆਂ ਨੂੰ ਡਿਵਾਈਡ ਕਰਨਾ, ਬੱਚਿਆਂ ਨੂੰ ਕੋਈ ਰੈਂਕਿੰਗ ਦੇਣੀ ਅਸੈਸਮੈਂਟ ਦਾ ਪਰਪਸ ਨਹੀਂ ਹੈਗਾ। ਜਦੋਂ ਕਿ ਜੇ ਅਸੀਂ ਵੈਸੇ ਦੇਖੀਏ ਤਾਂ ਹੈ ਇਹੀ ਹੈ ਨਾ, ਗ੍ਰੇਡਸ ਦਿੰਨੇ ਆ ਟੀਚਰ, ਰੈਂਕਿੰਗ ਕਰਦੇ ਇਹੀ ਆ, ਬਟ ਜੇ ਅਸੀਂ ਇਹਦੇ ਆ ਰੂਟਸ ਨੂੰ ਦੇਖਦੇ ਆ ਤਾਂ ਉਹਦੇ ਅਕੋਰਡਿੰਗ ਹੈ ਨਾ ਜਿਹੜਾ ਹੈ ਐਥੀਕਲੀ ਦੇਖਦੇ ਆ ਤਾਂ ਫਿਰ ਅਸੈਸਮੈਂਟ ਫॉर ਲਰਨਿੰਗ ਦਾ ਪਰਪਸ ਰੈਂਕਿੰਗ ਦੇਣਾ ਤੇ ਗ੍ਰੇਡਸ ਦੇਣਾ ਨਹੀਂ ਹੈ। ਇਸ ਕਰਕੇ ਆਪਣੇ ਕੋਲ ਆਨਸਰ ਕੀ ਹੈਗਾ? ਫੋਸਟਰ ਮੋਟੀਵੇਸ਼ਨ, ਬੱਚਿਆਂ ਨੂੰ ਮੋਟੀਵੇਟ ਕਰਨਾ, ਬੱਚਿਆਂ ਨੂੰ ਪ੍ਰੇਰਿਤ ਕਰਨਾ ਇਹਦਾ ਕੰਮ ਆ। ਇਟ ਡਨ ਫॉर द purpose of segregation and ranking, ਰੈਂਕਿੰਗ ਦੇਣ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ ਨਹੀਂ। emphasis for overall importance of grades, grades ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ no, none of above, ਠੀਕ ਹੈ। ਆਪਣੇ ਕੋਲ ਆਨਸਰ ਇੱਥੇ ਕੀ ਬਣੂਗਾ? A। ਨੈਕਸਟ ਕੁਐਸਚਨ ਆਪਣੇ ਕੋਲ ਫॉर ਗਿਫਟਡ ਸਟੂਡੈਂਟ, मेधावी बच्चे ने जेडे उन्हां लई है ना की स्टेटमेंट अपने को सही होगी फॉर गिफ्टेड चिल्ड्रन। फर्स्ट हैगा इट इज सेफ टू कंसीडर एप्टीट्यूड एज स्किल, उन्हां दे जेडे एप्टीट्यूड ने उन्हां नूं स्किल घोषित किया जा सकदा, ये सही मैथड आ। दैन मतलब इन्हां दे अकॉर्डिंग आपां ये देखना कि सही है जां नहीं। देयर इज अ नो नीड फॉर मॉनिटर प्रोग्रेस है ना, जेडे मेधावी बच्चे ने कहंदे उन्हां दी जो प्रोग्रेस आ वो कर रहे उन्हें मॉनिटर करन दी कोई लोड़ नहीं। दैन द टीचर शुड अडॉप्ट एज द स्टूडेंट चेंजेस, जिवें एक बच्चा चेंज हो रहा, जिवें एक बच्चे दी नीड्स जिवें भी वध रही ने, जिवें वो फ्लक्चुएट हो रही ने, उहदे अकॉर्डिंग ही टीचर नूं अपना मैथड अडॉप्ट करना पऊगा बिकॉज चाइल्ड सेंटर एजुकेशन आ, ठीक है। उस तो बाद द टीचर शुड इनिशिएट एंड लीड, ये स्पेलिंग है ना मिस्टेक है, द टीचर शुड इनिशिएट एंड लीड प्रॉब्लम सॉल्विंग, टीचर नूं आप इनिशिएट लेना चाहिए ते आप ही प्रॉब्लम सॉल्व करनी है, भी गलत है, ठीक है। अपने को जिहड़ा बेस्ट आंसर है ये कि बच्चे की नीड के अकॉर्डिंग ही टीचर ने सब कुछ करना, चाइल्ड सेंटर एजुकेशन तो इस करके टीचर ने उही अडॉप्ट करना जो बच्चे की नीड है। जिवें बच्चा चेंज हो रहा खास करके गिफ्टेड बच्चा, तो उसकी नीड नूं पूरा करने के लिए टीचर ने भी आपदे आप नूं उस अकॉर्डिंग ढाल लेना। 20 क्वेश्चन आर द फॉलोइंग स्किल आर इन्वॉल्वड इन इमोशनल इंटैलीजेंस एक्सेप्ट, इन्हां विचों भावात्मक विकास दे विच बाकी शामिल ने, किहड़ा एक शामिल नहीं है? सब तो पहला है क्रिटिसिज्म ऑफ इमोशन, दूजा हैगा
ਅਮੈਂਸੇਬਲ ਰਿਲੇਸ਼ਨ ਵਿਦ ਕਲਾਸ ਫੈਲੋਜ਼ ਦੇ ਨਾਲ ਇੱਕ ਚੰਗਾ ਸੰਬੰਧ ਕ੍ਰੀਏਟ ਕਰਨਾ, ਅਵੇਅਰਨੈਸ ਆਫ ਇਮੋਸ਼ਨ, ਆਪਣੇ ਇਮੋਸ਼ਨਸ ਦੀ ਜਾਗਰੂਕਤਾ ਹੋਣੀ ਤੇ ਆਪਣੇ ਇਮੋਸ਼ਨਸ ਦਾ ਪ੍ਰਬੰਧ ਕਰਨਾ। ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਇਹ ਸਾਡੀ ਇਮੋਸ਼ਨਲ ਇੰਟੈਲੀਜੈਂਸੀ ਦੇ ਵਿੱਚ ਸ਼ਾਮਲ ਹੁੰਦੀਆਂ। ਠੀਕ ਹੈ ਜੀ, ਇਮੋਸ਼ਨਲ ਇੰਟੈਲੀਜੈਂਸੀ ਦੇ ਵਿੱਚ ਸ਼ਾਮਲ ਹੁੰਦੀਆਂ। ਇਮੋਸ਼ਨਲ ਇੰਟੈਲੀਜੈਂਸੀ ਦਾ ਹੀ ਮਤਲਬ ਇਹ ਆ ਆਪਣੇ ਇਮੋਸ਼ਨਸ ਦੇ ਉੱਪਰ ਕੰਟਰੋਲ ਕਰਨਾ, ਆਪਣੇ ਇਮੋਸ਼ਨਸ ਦੀ ਸਮਝ ਹੋਣਾ, ਦੂਜਿਆਂ ਦੇ ਨਾਲ ਚੰਗੇ ਸੰਬੰਧ ਕ੍ਰੀਏਟ ਕਰਨਾ। ਇਹਦੇ ਚ ਇਮੋਸ਼ਨਾਂ ਦਾ ਜਿਹੜਾ ਹੈ ਆਲੋਚਨਾ ਜਾਂ ਕ੍ਰਿਟਿਸਿਜ਼ਮ ਸ਼ਾਮਲ ਨਹੀਂ ਆ। ਠੀਕ ਹੈ ਜੀ, ਬਾਕੀ ਸਾਰੀਆਂ ਚੀਜ਼ਾਂ ਅਸੀਂ ਇਮੋਸ਼ਨਲ ਇੰਟੈਲੀਜੈਂਸੀ ਦੇ ਵਿੱਚ ਰੱਖਦੇ ਹਾਂ। ਤੇ ਇਹ ਸੀ ਸਾਡੀ ਅੱਜ ਦੀ MCQ ਸੀਰੀਜ਼। ਨੈਕਸਟ ਕਲਾਸ ਦੇ ਵਿੱਚ ਜੋ ਤੁਹਾਡੀ ਨੈਕਸਟ ਸੀਰੀ ਹੋਊਗੀ ਉਹਨੂੰ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।